ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ਸਾਡਾ ਦੇਸ਼ ਇੰਨੀ ਦਿਨੀਂ ਇੱਕ ਪਾਸੇ ਤਾਂ ਬਰਸਾਤ ਦਾ ਆਨੰਦ ਲੈ ਰਿਹਾ, ਜਦੋਂ ਕਿ ਦੂਸਰੇ ਪਾਸੇ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਨਾਲ ਤਿਉਹਾਰ ਅਤੇ ਮੇਲੇ। ਦੀਵਾਲੀ ਤੱਕ ਸਭ ਕੁਝ ਇਹੀ ਚੱਲਦਾ ਅਤੇ ਸ਼ਾਇਦ ਸਾਡੇ ਪੁਰਖਿਆਂ ਨੇ ਰਿਤੂ ਚੱਕਰ, ਅਰਥ ਚੱਕਰ ਅਤੇ ਸਮਾਜ ਦੇ ਜੀਵਨ ਦੀ ਵਿਵਸਥਾ ਨੂੰ ਬਾਖੂਬੀ ਇਸ ਤਰ੍ਹਾਂ ਨਾਲ ਢਾਲਿਆ ਕਿ ਕਿਸੇ ਵੀ ਹਾਲਤ ਵਿੱਚ ਸਮਾਜ ਵਿੱਚ ਕਦੇ ਵੀ ਨੀਰਸਤਾ ਨਾ ਆਏ। ਪਿਛਲੇ ਦਿਨੀਂ ਅਸੀਂ ਲੋਕਾਂ ਨੇ ਕਈ ਉਤਸਵ ਮਨਾਏ। ਕੱਲ੍ਹ ਹਿੰਦੁਸਤਾਨ ਭਰ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਮਹਾ ਉਤਸਵ ਮਨਾਇਆ ਗਿਆ। ਕੋਈ ਕਲਪਨਾ ਕਰ ਸਕਦਾ ਕਿ ਕਿਹੋ ਜਿਹੀ ਸ਼ਖਸੀਅਤ ਹੋਵੇਗੀ ਕਿ ਅੱਜ ਹਜ਼ਾਰਾਂ ਸਾਲਾਂ ਦੇ ਬਾਅਦ ਵੀ ਹਰ ਉਤਸਵ ਨਵਾਂਪਣ ਲੈ ਕੇ ਆਉਂਦਾ, ਨਵੀਂ ਪ੍ਰੇਰਣਾ ਲੈ ਕੇ ਆਉਂਦਾ, ਨਵੀਂ ਊਰਜਾ ਲੈ ਕੇ ਆਉਂਦਾ ਅਤੇ ਹਜ਼ਾਰਾਂ ਸਾਲ ਪੁਰਾਣਾ ਜੀਵਨ ਅਜਿਹਾ ਕਿ ਜੋ ਅੱਜ ਵੀ ਸਮੱਸਿਆਵਾਂ ਨੂੰ ਸੁਲਝਾਉਣ ਲਈ ਉਦਾਹਰਣ ਦੇ ਸਕਦਾ ਹੋਵੇ, ਪ੍ਰੇਰਣਾ ਦੇ ਸਕਦਾ ਹੋਵੇ। ਹਰ ਕੋਈ ਵਿਅਕਤੀ ਸ਼੍ਰੀ ਕ੍ਰਿਸ਼ਨ ਦੇ ਜੀਵਨ ਵਿੱਚੋਂ ਮੌਜੂਦਾ ਸਮੱਸਿਆਵਾਂ ਦਾ ਹੱਲ ਲੱਭ ਸਕਦਾ। ਇੰਨੀ ਸਮਰੱਥਾ ਹੋਣ ਦੇ ਬਾਵਜੂਦ ਵੀ ਕਦੇ ਉਹ ਰਾਸ ਵਿੱਚ ਰਚ-ਮਿਚ ਜਾਂਦੇ ਸਨ ਤਾਂ ਕਦੇ ਗਊਆਂ ਦੇ ਵਿੱਚ ਅਤੇ ਕਦੇ ਗਵਾਲਿਆਂ ਦੇ ਵਿੱਚ, ਕਦੇ ਖੇਡ-ਕੁੱਦ ਕਰਨਾ ਅਤੇ ਕਦੇ ਬੰਸਰੀ ਵਜਾਉਣਾ। ਪਤਾ ਨਹੀਂ ਕਿੰਨੀਆਂ ਵਿਭਿੰਨਤਾਵਾਂ ਨਾਲ ਭਰੀ ਇਹ ਸ਼ਖਸੀਅਤ ਅਨੋਖੀ ਸਮਰੱਥਾ ਦੀ ਧਨੀ, ਲੇਕਿਨ ਸਮਾਜ ਦੀ ਸ਼ਕਤੀ ਨੂੰ ਸਮਰਪਿਤ, ਲੋਕ ਸ਼ਕਤੀ ਨੂੰ ਸਮਰਪਿਤ, ਲੋਕ ਸੰਗਾਰਕ ਦੇ ਰੂਪ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰਨ ਵਾਲੀ ਸ਼ਖਸੀਅਤ। ਦੋਸਤੀ ਕਿਵੇਂ ਦੀ ਹੋਵੇ ਤਾਂ ਸੁਦਾਮਾ ਵਾਲੀ ਘਟਨਾ ਕੌਣ ਭੁੱਲ ਸਕਦਾ ਅਤੇ ਯੁੱਧ ਦੇ ਮੈਦਾਨ ਵਿੱਚ ਇੰਨੀਆਂ ਸਾਰੀਆਂ ਮਹਾਨਤਾਵਾਂ ਦੇ ਬਾਵਜੂਦ ਵੀ ਸਾਰਥੀ ਦਾ ਕੰਮ ਸਵੀਕਾਰ ਕਰ ਲੈਣਾ। ਕਦੇ ਚੱਟਾਨ ਉਠਾਉਣ ਦਾ, ਕਦੇ ਭੋਜਨ ਦੇ ਪੱਤਲ ਚੁੱਕਣ ਦਾ ਕੰਮ, ਯਾਨੀ ਹਰ ਚੀਜ਼ ਵਿੱਚ ਇੱਕ ਨਵਾਂਪਨ ਮਹਿਸੂਸ ਹੁੰਦਾ ਹੈ। ਅਤੇ ਇਸ ਲਈ ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤਾਂ ਦੋ ਮੋਹਨ ਦੇ ਵੱਲ ਮੇਰਾ ਧਿਆਨ ਜਾਂਦਾ ਹੈ। ਇੱਕ ਸੁਦਰਸ਼ਨ ਚੱਕਰਧਾਰੀ ਮੋਹਨ ਤਾਂ ਦੂਸਰੇ ਚਰਖਾਧਾਰੀ ਮੋਹਨ। ਸੁਦਰਸ਼ਨ ਚੱਕਰਧਾਰੀ ਮੋਹਨ ਯਮੁਨਾ ਦੇ ਤੱਟ ਨੂੰ ਛੱਡ ਕੇ ਗੁਜਰਾਤ ਵਿੱਚ ਸਮੁੰਦਰ ਦੇ ਤੱਟ 'ਤੇ ਜਾ ਕੇ ਦੁਆਰਿਕਾ ਦੀ ਨਗਰੀ ਵਿੱਚ ਸਥਿਰ ਹੋਏ ਅਤੇ ਸਮੁੰਦਰ ਦੇ ਤੱਟ ਉੱਤੇ ਪੈਦਾ ਹੋਏ ਮੋਹਨ ਯਮੁਨਾ ਦੇ ਤੱਟ ਉੱਤੇ ਆ ਕੇ ਦਿੱਲੀ ਵਿੱਚ ਜੀਵਨ ਦੇ ਆਖਰੀ ਸਾਹ ਲੈਂਦੇ ਨੇ। ਸੁਦਰਸ਼ਨ ਚੱਕਰਧਾਰੀ ਮੋਹਨ ਨੇ ਉਸ ਸਮੇਂ ਦੀਆਂ ਸਥਿਤੀਆਂ ਵਿੱਚ ਹਜ਼ਾਰਾਂ ਸਾਲ ਪਹਿਲਾਂ ਵੀ ਯੁੱਧ ਨੂੰ ਟਾਲਣ ਦੇ ਲਈ, ਸੰਘਰਸ਼ ਨੂੰ ਟਾਲਣ ਦੇ ਲਈ ਆਪਣੀ ਬੁੱਧੀ ਦੀ, ਆਪਣੇ ਫਰਜ਼ ਦੀ, ਆਪਣੀ ਸਮਰੱਥਾ ਦੀ, ਆਪਣੇ ਚਿੰਤਨ ਦੀ ਹਰ ਸੰਭਵ ਵਰਤੋਂ ਕੀਤੀ ਸੀ। ਅਤੇ ਚਰਖਾਧਾਰੀ ਮੋਹਨ ਨੇ ਵੀ ਤਾਂ ਇੱਕ ਅਜਿਹਾ ਰਸਤਾ ਚੁਣਿਆ ਸੁਤੰਤਰਤਾ ਦੇ ਲਈ, ਮਨੁੱਖੀ ਕਦਰਾਂ ਕੀਮਤਾਂ ਦੇ ਯਤਨ ਦੇ ਲਈ, ਸ਼ਖਸੀਅਤ ਦੇ ਮੂਲ ਤੱਤਾਂ ਨੂੰ ਸਮਰੱਥਾ ਦੇਵੇ। ਇਸ ਦੇ ਲਈ ਆਜ਼ਾਦੀ ਦੀ ਜੰਗ ਨੂੰ ਇੱਕ ਅਜਿਹਾ ਰੂਪ ਦਿੱਤਾ, ਅਜਿਹਾ ਮੋੜ ਦਿੱਤਾ ਜੋ ਪੂਰੇ ਸੰਸਾਰ ਦੇ ਲਈ ਇੱਕ ਅਜੂਬਾ ਹੈ, ਅੱਜ ਵੀ ਅਜੂਬਾ ਹੈ। ਬਿਨਾਂ ਸਵੈ-ਹਿੱਤ ਸੇਵਾ ਦਾ ਮਹੱਤਵ ਹੋਵੇ, ਗਿਆਨ ਦਾ ਮਹੱਤਵ ਹੋਵੇ ਜਾਂ ਫਿਰ ਜੀਵਨ ਦੇ ਸਾਰੇ ਉਤਾਰ ਚੜ੍ਹਾਅ ਦੇ ਵਿੱਚ ਮੁਸਕਰਾਉਂਦੇ ਹੋਏ ਅੱਗੇ ਵਧਣ ਦਾ ਮਹੱਤਵ ਸ਼੍ਰੀ ਕ੍ਰਿਸ਼ਨ ਦੇ ਸੰਦੇਸ਼ ਤੋਂ ਸਿੱਖ ਸਕਦੇ ਹਾਂ। ਅਤੇ ਇਸੇ ਲਈ ਤਾਂ ਸ਼੍ਰੀ ਕ੍ਰਿਸ਼ਨ ਜਗਤ ਗੁਰੂ ਦੇ ਰੂਪ ਵਿੱਚ ਜਾਣੇ ਗਏ ਨੇ। ਕ੍ਰਿਸ਼ਨਮ ਵੰਦੇ ਜਗਤ ਗੁਰੂਮ। ਅੱਜ ਜਦੋਂ ਅਸੀਂ ਤਿਉਹਾਰਾਂ ਦੀ ਗੱਲ ਕਰ ਰਹੇ ਹਾਂ ਤਾਂ ਨਾਲ ਹੀ ਭਾਰਤ ਇੱਕ ਹੋਰ ਵੱਡੇ ਉਤਸਵ ਦੀ ਤਿਆਰੀ ਵਿੱਚ ਜੁਟਿਆ ਅਤੇ ਭਾਰਤ ਹੀ ਨਹੀਂ, ਪੂਰੀ ਦੁਨੀਆ ਵਿੱਚ ਵੀ ਉਸ ਦੀ ਚਰਚਾ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਮੈਂ ਗੱਲ ਕਰ ਰਿਹਾ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੀ। 2 ਅਕਤੂਬਰ 1869 ਪੋਰਬੰਦਰ, ਸਮੁੰਦਰ ਦੇ ਤੱਟ ਉੱਤੇ, ਜਿਸ ਨੂੰ ਅੱਜ ਵੀ ਅਸੀਂ ਕੀਰਤੀ ਮੰਦਿਰ ਕਹਿੰਦੇ ਹਾਂ, ਉਸ ਛੋਟੇ ਜਿਹੇ ਘਰ ਵਿੱਚ ਇੱਕ ਵਿਅਕਤੀ ਨਹੀਂ, ਇੱਕ ਯੁੱਗ ਦਾ ਜਨਮ ਹੋਇਆ ਸੀ, ਜਿਸ ਨੇ ਮਾਨਵ ਇਤਿਹਾਸ ਨੂੰ ਨਵਾਂ ਮੋੜ ਦਿੱਤਾ, ਨਵੇਂ ਰਿਕਾਰਡ ਸਥਾਪਿਤ ਕਰਵਾ ਦਿੱਤੇ। ਮਹਾਤਮਾ ਗਾਂਧੀ ਨਾਲ ਇੱਕ ਗੱਲ ਹਮੇਸ਼ਾ ਜੁੜੀ ਰਹੀ, ਇੱਕ ਤਰ੍ਹਾਂ ਨਾਲ ਉਹਨਾਂ ਦੇ ਜੀਵਨ ਦਾ ਉਹ ਹਿੱਸਾ ਬਣੀ ਰਹੀ ਅਤੇ ਉਹ ਸੀ ਸੇਵਾ, ਸੇਵਾ ਭਾਵ, ਸੇਵਾ ਦੇ ਪ੍ਰਤੀ ਨਿਸ਼ਠਾ ਦਾ ਭਾਵ। ਉਹਨਾਂ ਦਾ ਪੂਰਾ ਜੀਵਨ ਵੇਖੀਏ ਤਾਂ ਸਾਊਥ ਅਫਰੀਕਾ ਵਿੱਚ ਉਹਨਾਂ ਸਮੂਹਾਂ ਦੇ ਲੋਕਾਂ ਦੀ ਸੇਵਾ ਕੀਤੀ ਜਿਹੜੇ ਨਸਲੀ ਭੇਦਭਾਵ ਦਾ ਸਾਹਮਣਾ ਕਰ ਰਹੇ ਸਨ।
ਉਸ ਯੁੱਗ ਵਿੱਚ ਉਹ ਗੱਲ ਛੋਟੀ ਨਹੀਂ ਸੀ। ਉਹਨਾਂ ਨੇ ਉਹਨਾਂ ਕਿਸਾਨਾਂ ਦੀ ਸੇਵਾ ਕੀਤੀ ਜਿਨ੍ਹਾਂ ਨਾਲ ਚੰਪਾਰਣ ਵਿੱਚ ਭੇਦਭਾਵ ਕੀਤਾ ਜਾ ਰਿਹਾ ਸੀ। ਉਹਨਾਂ ਨੇ ਉਹਨਾਂ ਮਿੱਲ ਮਜ਼ਦੂਰਾਂ ਦੀ ਸੇਵਾ ਕੀਤੀ ਜਿਨ੍ਹਾਂ ਨੂੰ ਉਚਿਤ ਮਜ਼ਦੂਰੀ ਨਹੀਂ ਸੀ ਦਿੱਤੀ ਜਾ ਰਹੀ। ਉਹਨਾਂ ਨੇ ਗਰੀਬ, ਬੇਸਹਾਰਾ, ਕਮਜ਼ੋਰ ਅਤੇ ਭੁੱਖੇ ਲੋਕਾਂ ਦੀ ਸੇਵਾ ਨੂੰ ਆਪਣੇ ਜੀਵਨ ਦਾ ਸਭ ਤੋਂ ਵੱਡਾ ਫਰਜ਼ ਮੰਨਿਆ। ਰਕਤ ਪਿੱਤ ਦੇ ਸਬੰਧ ਵਿੱਚ ਜਿੰਨੇ ਭਰਮ ਸਨ, ਉਹਨਾਂ ਨੂੰ ਨਸ਼ਟ ਕਰਨ ਲਈ ਉਹ ਇਸ ਰੋਗ ਨਾਲ ਪੀੜਿਤ ਲੋਕਾਂ ਦੀ ਖੁਦ ਸੇਵਾ ਕਰਦੇ ਸਨ ਅਤੇ ਆਪਣੇ ਜੀਵਨ ਵਿੱਚ ਸੇਵਾ ਦੇ ਮਾਧਿਅਮ ਨਾਲ ਉਦਾਹਰਣ ਪੇਸ਼ ਕਰਦੇ ਸਨ। ਸੇਵਾ ਉਹਨਾਂ ਨੇ ਸ਼ਬਦਾਂ ਵਿੱਚ ਨਹੀਂ, ਕਰਕੇ ਸਿਖਾਈ ਸੀ। ਸੱਚ ਦੇ ਨਾਲ ਗਾਂਧੀ ਜੀ ਦਾ ਜਿੰਨਾ ਅਟੁੱਟ ਨਾਤਾ ਰਿਹਾ ਹੈ, ਸੇਵਾ ਦੇ ਨਾਲ ਵੀ ਗਾਂਧੀ ਜੀ ਦਾ ਓਨਾ ਹੀ ਗੂੜ੍ਹਾ ਰਿਸ਼ਤਾ ਰਿਹਾ ਹੈ। ਜਿਸ ਕਿਸੇ ਨੂੰ ਜਦੋਂ ਵੀ ਜਿੱਥੇ ਵੀ ਲੋੜ ਪਈ, ਮਹਾਤਮਾ ਗਾਂਧੀ ਸੇਵਾ ਦੇ ਲਈ ਹਮੇਸ਼ਾ ਹਾਜ਼ਰ ਰਹੇ। ਉਹਨਾਂ ਨੇ ਨਾ ਸਿਰਫ ਸੇਵਾ ਉੱਤੇ ਬਲ ਦਿੱਤਾ, ਬਲਕਿ ਉਸ ਨਾਲ ਜੁੜੇ ਆਤਮ ਸੁੱਖ ਉੱਤੇ ਵੀ ਜ਼ੋਰ ਦਿੱਤਾ। ਸੇਵਾ ਸ਼ਬਦ ਦੀ ਸਾਰਥਿਕਤਾ ਇਸੇ ਅਰਥ ਵਿੱਚ ਹੈ ਕਿ ਉਸ ਨੂੰ ਆਨੰਦ ਦੇ ਨਾਲ ਕੀਤਾ ਜਾਏ। ਸੇਵਾ ਪਰਮੋ ਧਰਮਾ, ਲੇਕਿਨ ਨਾਲ ਉੱਤਮ ਆਨੰਦ, ਸਵਾਂਤ ਸੁਖਾਏ। ਇਸ ਭਾਵ ਦਾ ਅਹਿਸਾਸ ਵੀ ਸੇਵਾ ਵਿੱਚ ਸ਼ਾਮਿਲ ਹੈ। ਇਹ ਬਾਪੂ ਦੇ ਜੀਵਨ ਤੋਂ ਅਸੀਂ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਮਹਾਤਮਾ ਗਾਂਧੀ ਅਣਗਿਣਤ ਭਾਰਤੀਆਂ ਦੀ ਤਾਂ ਆਵਾਜ਼ ਬਣੇ ਹੀ, ਲੇਕਿਨ ਮਨੁੱਖੀ ਕਦਰਾਂ ਕੀਮਤਾਂ ਅਤੇ ਮਨੁੱਖੀ ਪ੍ਰਤਿਸ਼ਠਾ ਦੇ ਲਈ ਇੱਕ ਤਰ੍ਹਾਂ ਨਾਲ ਉਹ ਵਿਸ਼ਵ ਦੀ ਆਵਾਜ਼ ਬਣ ਗਏ ਸਨ। ਮਹਾਤਮਾ ਗਾਂਧੀ ਦੇ ਲਈ ਵਿਅਕਤੀ ਅਤੇ ਸਮਾਜ, ਮਾਨਵ ਅਤੇ ਮਾਨਵਤਾ, ਇਹੀ ਸਭ ਕੁਝ ਸੀ। ਭਾਵੇਂ ਅਫਰੀਕਾ ਵਿੱਚ ਫਿਨਿਕਸ ਫਾਰਮ ਹੋਵੇ ਜਾਂ ਟੋਲਸਟਾਏ ਫਾਰਮ, ਸਾਬਰਮਤੀ ਆਸ਼ਰਮ ਹੋਵੇ ਜਾਂ ਵਰਧਾ, ਸਭ ਥਾਵਾਂ 'ਤੇ ਆਪਣੇ ਇੱਕ ਅਨੋਖੇ ਅੰਦਾਜ਼ ਵਿੱਚ ਸਮਾਜ ਦੀ ਲਾਮਬੰਦੀ, ਕਮਿਊਨਿਟੀ ਮੋਬਿਲਾਈਜੇਸ਼ਨ 'ਤੇ ਉਹਨਾਂ ਦਾ ਹਮੇਸ਼ਾ ਜ਼ੋਰ ਰਿਹਾ। ਇਹ ਮੇਰਾ ਬਹੁਤ ਹੀ ਸੁਭਾਗ ਰਿਹਾ ਹੈ ਕਿ ਮੈਨੂੰ ਪੂਜਨੀਕ ਮਹਾਤਮਾ ਗਾਂਧੀ ਨਾਲ ਜੁੜੀਆਂ ਕਈ ਥਾਵਾਂ 'ਤੇ ਜਾ ਕੇ ਨਮਨ ਕਰਨ ਦਾ ਮੌਕਾ ਮਿਲਿਆ। ਮੈਂ ਕਹਿ ਸਕਦਾ ਕਿ ਗਾਂਧੀ ਸੇਵਾ ਭਾਵ ਦੇ ਨਾਲ ਸੰਗਠਨ ਭਾਵ ਉੱਤੇ ਵੀ ਬਲ ਦਿੰਦੇ ਰਹਿੰਦੇ ਸਨ। ਸਮਾਜ ਸੇਵਾ ਅਤੇ ਸਮਾਜ ਦੀ ਲਾਮਬੰਦੀ, ਕਮਿਊਨਿਟੀ ਸਰਵਿਸ ਅਤੇ ਕਮਿਊਨਿਟੀ ਮੋਬਿਲਾਈਜੇਸ਼ਨ, ਇਹ ਉਹ ਭਾਵਨਾ ਹੈ ਜਿਸ ਨੂੰ ਅਸੀਂ ਆਪਣੇ ਵਿਵਹਾਰਿਕ ਜੀਵਨ ਵਿੱਚ ਲਿਆਉਣਾ ਹੈ। ਸਹੀ ਅਰਥਾਂ ਵਿੱਚ ਇਹੀ ਮਹਾਤਮਾ ਗਾਂਧੀ ਨੂੰ ਸੱਚੀ ਸ਼ਰਧਾਂਜਲੀ ਹੈ ਅਤੇ ਸੱਚੀ ਕਾਰਿਆਂਜਲੀ ਹੈ। ਇਸ ਪ੍ਰਕਾਰ ਦੇ ਮੌਕੇ ਤਾਂ ਬਹੁਤ ਆਉਂਦੇ ਨੇ, ਅਸੀਂ ਜੁੜਦੇ ਵੀ ਹਾਂ, ਪਰ ਕੀ ਗਾਂਧੀ 150 ਇੰਜੀ ਆ ਕੇ ਚਲਾ ਜਾਵੇ? ਕੀ ਸਾਨੂੰ ਮਨਜ਼ੂਰ ਹੈ? ਜੀ ਨਹੀਂ ਦੇਸ਼ ਵਾਸੀਓ, ਅਸੀਂ ਸਾਰੇ ਆਪਣੇ ਆਪ ਤੋਂ ਪੁੱਛੀਏ, ਚਿੰਤਨ ਕਰੀਏ, ਮੰਥਨ ਕਰੀਏ, ਸਮੂਹਿਕ ਰੂਪ ਨਾਲ ਗੱਲਬਾਤ ਕਰੀਏ। ਅਸੀਂ ਸਮਾਜ ਦੇ ਹੋਰ ਲੋਕਾਂ ਨਾਲ ਮਿਲ ਕੇ, ਸਾਰੇ ਵਰਗਾਂ ਨਾਲ ਮਿਲ ਕੇ, ਸਾਰੀ ਉਮਰਾਂ ਦੇ ਲੋਕਾਂ ਨਾਲ ਮਿਲ ਕੇ, ਪਿੰਡ ਹੋਵੇ, ਸ਼ਹਿਰ ਹੋਵੇ, ਮਰਦ ਹੋਵੇ, ਔਰਤ ਹੋਵੇ, ਸਾਰਿਆਂ ਦੇ ਨਾਲ ਮਿਲ ਕੇ ਸਮਾਜ ਦੇ ਲਈ ਕੀ ਕਰੀਏ। ਇੱਕ ਵਿਅਕਤੀ ਦੇ ਨਾਤੇ ਮੈਂ ਉਹਨਾਂ ਕੋਸ਼ਿਸ਼ਾਂ ਵਿੱਚ ਕਿਵੇਂ ਵਾਧਾ ਕਰਾਂ, ਮੇਰੇ ਵੱਲੋਂ ਵੈਲਿਊ ਐਡੀਸ਼ਨ ਕੀ ਹੋਵੇ। ਅਤੇ ਸਮੂਹਿਕਤਾ ਦੀ ਆਪਣੀ ਇੱਕ ਤਾਕਤ ਹੁੰਦੀ ਹੈ। ਇਸ ਪੂਰੇ ਗਾਂਧੀ 150 ਦੇ ਪ੍ਰੋਗਰਾਮਾਂ ਵਿੱਚ ਸਮੂਹਿਕਤਾ ਵੀ ਹੋਵੇ ਅਤੇ ਸੇਵਾ ਵੀ ਹੋਵੇ। ਕਿਉਂ ਨਾ ਅਸੀਂ ਪੂਰੇ ਮੁਹੱਲੇ ਸਮੇਤ ਨਿਕਲ ਪਈਏ। ਜੇਕਰ ਸਾਡੀ ਫੁੱਟਬਾਲ ਦੀ ਟੀਮ ਹੈ ਤਾਂ ਫੁੱਟਬਾਲ ਦੀ ਟੀਮ ਫੁੱਟਬਾਲ ਤਾਂ ਖੇਡੇਗੀ ਹੀ, ਨਾਲ ਹੀ ਇੱਕ ਅੱਧਾ ਗਾਂਧੀ ਜੀ ਦੇ ਆਦਰਸ਼ਾਂ ਦੇ ਅਨੁਸਾਰ ਸੇਵਾ ਦਾ ਕੰਮ ਵੀ ਕਰਾਂਗੇ। ਸਾਡੀ ਲੇਡੀਜ਼ ਕਲੱਬ ਹੈ, ਆਧੁਨਿਕ ਯੁੱਗ ਦੇ ਲੇਡੀਜ਼ ਕਲੱਬ ਦੇ ਜੋ ਕੰਮ ਹੁੰਦੇ ਨੇ ਉਹ ਕਰਦੇ ਰਹਾਂਗੇ, ਲੇਕਿਨ ਲੇਡੀਜ਼ ਕਲੱਬ ਦੀਆਂ ਸਾਰੀਆਂ ਸਹੇਲੀਆਂ ਮਿਲ ਕੇ ਕੋਈ ਨਾ ਕੋਈ ਇੱਕ ਸੇਵਾ ਕਾਰਜ ਇਕੱਠੇ ਮਿਲ ਕੇ ਕਰੀਏ। ਬਹੁਤ ਕੁਝ ਕਰ ਸਕਦੇ ਹੋ। ਪੁਰਾਣੀਆਂ ਕਿਤਾਬਾਂ ਇਕੱਠੀਆਂ ਕਰਕੇ ਗਰੀਬਾਂ ਨੂੰ ਵੰਡੀਏ, ਗਿਆਨ ਦਾ ਪਸਾਰ ਕਰੀਏ। ਅਤੇ ਮੈਂ ਮੰਨਦਾ ਹਾਂ ਸ਼ਾਇਦ 130 ਕਰੋੜ ਦੇਸ਼ ਵਾਸੀਆਂ ਕੋਲ 130 ਕਰੋੜ ਕਲਪਨਾਵਾਂ ਨੇ, 130 ਕਰੋੜ ਢੰਗ ਹੋ ਸਕਦੇ ਨੇ। ਕੋਈ ਸੀਮਾ ਨਹੀਂ ਹੈ। ਜੋ ਮਨ ਵਿੱਚ ਆਏ, ਬਸ ਚੰਗੀ ਇੱਛਾ ਹੋਏ, ਸਭ ਦੀ ਭਲਾਈ ਹੋਏ, ਸਦਭਾਵ ਹੋਏ ਅਤੇ ਪੂਰੇ ਸਮਰਪਣ ਭਾਵ ਦੀ ਸੇਵਾ ਹੋਵੇ, ਅਤੇ ਉਹ ਵੀ ਸਵਾਂਤੈ ਸੁਖਾਏ, ਇੱਕ ਇਕਾਗਰ ਆਨੰਦ ਦੇ ਅਹਿਸਾਸ ਲਈ ਹੋਵੇ। ਮੇਰੇ ਪਿਆਰੇ ਦੇਸ਼ ਵਾਸੀਓ,
ਕੁਝ ਮਹੀਨੇ ਪਹਿਲਾਂ ਮੈਂ ਗੁਜਰਾਤ ਵਿੱਚ ਦਾਂਡੀ ਗਿਆ ਸਾਂ। ਆਜ਼ਾਦੀ ਦੇ ਅੰਦੋਲਨ ਵਿੱਚ ਨਮਕ ਸੱਤਿਆਗ੍ਰਹਿ ਦਾਂਡੀ ਇੱਕ ਬਹੁਤ ਹੀ ਵੱਡਾ ਮਹੱਤਵਪੂਰਨ ਟਰਨਿੰਗ ਪੁਆਇੰਟ ਹੈ। ਦਾਂਡੀ ਵਿੱਚ ਮੈਂ ਮਹਾਤਮਾ ਗਾਂਧੀ ਨੂੰ ਸਮਰਪਿਤ ਅਤੀ ਆਧੁਨਿਕ ਇੱਕ ਮਿਊਜ਼ੀਅਮ ਦਾ ਉਦਘਾਟਨ ਕੀਤਾ ਸੀ। ਮੇਰਾ ਤੁਹਾਨੂੰ ਜ਼ਰੂਰ ਅਨੁਰੋਧ ਹੈ ਕਿ ਤੁਸੀਂ ਵੀ ਆਉਣ ਵਾਲੇ ਸਮੇਂ ਵਿੱਚ ਮਹਾਤਮਾ ਗਾਂਧੀ ਨਾਲ ਜੁੜੀ ਕਿਸੇ ਨਾ ਕਿਸੇ ਇੱਕ ਜਗ੍ਹਾ ਦੀ ਯਾਤਰਾ ਜ਼ਰੂਰ ਕਰੋ। ਇਹ ਕੋਈ ਵੀ ਸਥਾਨ ਹੋ ਸਕਦਾ, ਜਿਵੇਂ ਪੋਰਬੰਦਰ ਹੋਵੇ, ਸਾਬਰਮਤੀ ਆਸ਼ਰਮ ਹੋਵੇ, ਚੰਪਾਰਣ ਹੋਵੇ, ਵਰਧਾ ਦਾ ਆਸ਼ਰਮ ਹੋਵੇ ਅਤੇ ਦਿੱਲੀ ਵਿੱਚ ਮਹਾਤਮਾ ਗਾਂਧੀ ਨਾਲ ਜੁੜੇ ਸਥਾਨ ਹੋਣ। ਤੁਸੀਂ ਜਦੋਂ ਅਜਿਹੀਆਂ ਥਾਵਾਂ 'ਤੇ ਜਾਓ ਤਾਂ ਆਪਣੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਉੱਤੇ ਜ਼ਰੂਰ ਸਾਂਝਾ ਕਰੋ, ਤਾਂ ਕਿ ਹੋਰ ਲੋਕ ਵੀ ਉਸ ਨਾਲ ਪ੍ਰੇਰਿਤ ਹੋਣ ਅਤੇ ਉਸ ਦੇ ਨਾਲ ਆਪਣੀਆਂ ਭਾਵਨਾਵਾਂ ਨੂੰ ਪ੍ਰਗਟਾਉਣ ਵਾਲੇ 2-4 ਵਾਕ ਵੀ ਲਿਖੋ। ਆਪਣੇ ਮਨ ਦੇ ਅੰਦਰੋਂ ਪੈਦਾ ਹੋਏ ਭਾਵ ਕਿਸੇ ਵੀ ਵੱਡੀ ਸਾਹਿਤ ਰਚਨਾ ਨਾਲੋਂ ਜ਼ਿਆਦਾ ਤਾਕਤਵਰ ਹੋਣਗੇ ਅਤੇ ਹੋ ਸਕਦਾ ਅੱਜ ਦੇ ਸਮੇਂ ਵਿੱਚ ਤੁਹਾਡੀ ਨਜ਼ਰ 'ਚ ਤੁਹਾਡੀ ਕਲਮ ਨਾਲ ਲਿਖੇ ਹੋਏ ਗਾਂਧੀ ਦੇ ਰੂਪ ਸ਼ਾਇਦ ਇਹ ਜ਼ਿਆਦਾ ਰੈਲੇਵੈਂਟ ਵੀ ਲੱਗਣ। ਆਉਣ ਵਾਲੇ ਸਮੇਂ ਵਿੱਚ ਬਹੁਤ ਸਾਰੇ ਪ੍ਰੋਗਰਾਮਾਂ, ਮੁਕਾਬਲਿਆਂ, ਪ੍ਰਦਰਸ਼ਨੀਆਂ ਦੀ ਯੋਜਨਾ ਵੀ ਬਣਾਈ ਗਈ ਹੈ, ਪਰ ਇਸ ਸੰਦਰਭ ਵਿੱਚ ਇੱਕ ਗੱਲ ਬਹੁਤ ਰੋਚਕ ਹੈ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਵੈਨਿਸ ਬਿਨੈਲੇ ਨਾਂ ਦਾ ਇੱਕ ਬਹੁਤ ਪ੍ਰਸਿੱਧ ਆਰਟ ਸ਼ੋਅ ਹੈ, ਜਿੱਥੇ ਦੁਨੀਆ ਭਰ ਦੇ ਕਲਾਕਾਰ ਇਕੱਠੇ ਹੁੰਦੇ ਨੇ। ਇਸ ਵਾਰੀ ਵੈਨਿਸ ਬਿਨੈਲੇ ਦੇ ਇੰਡੀਆ ਪੈਵੇਲੀਅਨ ਵਿੱਚ ਗਾਂਧੀ ਜੀ ਦੀਆਂ ਯਾਦਾਂ ਨਾਲ ਜੁੜੀ ਬਹੁਤ ਹੀ ਇੰਟਰਸਟਿੰਗ ਨੁਮਾਇਸ਼ ਲਗਾਈ ਗਈ। ਇਸ ਵਿੱਚ ਹਰੀਪੁਰਾ ਪੈਨਲ ਖਾਸ ਤੌਰ 'ਤੇ ਦਿਲਚਸਪ ਸਨ। ਤੁਹਾਨੂੰ ਯਾਦ ਹੋਵੇਗਾ ਕਿ ਗੁਜਰਾਤ ਦੇ ਹਰੀਪੁਰਾ ਵਿੱਚ ਕਾਂਗਰਸ ਦਾ ਸੰਮੇਲਨ ਹੋਇਆ ਸੀ, ਜਿੱਥੇ ਸੁਭਾਸ਼ ਚੰਦਰ ਬੋਸ ਦੇ ਪ੍ਰੈਜ਼ੀਡੈਂਟ ਇਲੈਕਟ ਹੋਣ ਦੀ ਘਟਨਾ ਇਤਿਹਾਸ ਵਿੱਚ ਦਰਜ ਹੈ। ਇਹਨਾਂ ਆਰਟ ਪੈਨਲਸ ਦਾ ਇੱਕ ਬਹੁਤ ਹੀ ਖੂਬਸੂਰਤ ਅਤੀਤ ਹੈ। ਕਾਂਗਰਸ ਦੇ ਹਰੀਪੁਰਾ ਸੈਸ਼ਨ ਤੋਂ ਪਹਿਲਾਂ 1937-38 ਵਿੱਚ ਮਹਾਤਮਾ ਗਾਂਧੀ ਨੇ ਸ਼ਾਂਤੀ ਨਿਕੇਤਨ ਕਲਾ ਭਵਨ ਦੇ ਤਤਕਾਲੀ ਪ੍ਰਿੰਸੀਪਲ ਨੰਦ ਲਾਲ ਬੋਸ ਨੂੰ ਸੱਦਾ ਦਿੱਤਾ ਸੀ। ਗਾਂਧੀ ਜੀ ਚਾਹੁੰਦੇ ਸਨ ਕਿ ਉਹ ਭਾਰਤ ਵਿੱਚ ਰਹਿਣ ਵਾਲੇ ਲੋਕਾਂ ਦੀ ਜੀਵਨ ਸ਼ੈਲੀ ਨੂੰ ਕਲਾ ਦੇ ਮਾਧਿਅਮ ਨਾਲ ਵਿਖਾਉਣ ਅਤੇ ਉਹਨਾਂ ਦੇ ਇਸ ਆਰਟ ਵਰਕ ਦਾ ਪ੍ਰਦਰਸ਼ਨ ਸੰਮੇਲਨ ਦੇ ਦੌਰਾਨ ਹੋਵੇ। ਇਹ ਉਹੀ ਨੰਦ ਲਾਲ ਬੋਸ ਨੇ ਜਿਨ੍ਹਾਂ ਦਾ ਆਰਟ ਵਰਕ ਸਾਡੇ ਸੰਵਿਧਾਨ ਦੀ ਸ਼ੋਭਾ ਵਧਾਉਂਦਾ ਹੈ, ਸੰਵਿਧਾਨ ਨੂੰ ਇੱਕ ਨਵੀਂ ਪਛਾਣ ਦਿੰਦਾ ਹੈ। ਉਹਨਾਂ ਦੀ ਇਸ ਕਲਾ ਸਾਧਨਾ ਨੇ ਸੰਵਿਧਾਨ ਦੇ ਨਾਲ-ਨਾਲ ਨੰਦ ਲਾਲ ਬੋਸ ਨੂੰ ਵੀ ਅਮਰ ਬਣਾ ਦਿੱਤਾ ਹੈ। ਨੰਦ ਲਾਲ ਬੋਸ ਨੇ ਹਰੀਪੁਰਾ ਦੇ ਨੇੜੇ-ਤੇੜੇ ਦੇ ਪਿੰਡਾਂ ਦਾ ਦੌਰਾ ਕੀਤਾ ਅਤੇ ਅੰਤ ਵਿੱਚ ਗ੍ਰਾਮੀਣ ਭਾਰਤ ਦੇ ਜੀਵਨ ਨੂੰ ਦਰਸਾਉਂਦੇ ਕੁਝ ਆਰਟ ਕੈਨਵਸ ਬਣਾਏ। ਇਹ ਅਨਮੋਲ ਕਲਾਕਾਰੀ ਦੀ ਵੈਨਿਸ ਵਿੱਚ ਜ਼ਬਰਦਸਤ ਚਰਚਾ ਹੋਈ। ਇੱਕ ਵਾਰੀ ਫਿਰ ਗਾਂਧੀ ਜੀ ਦੀ 150ਵੀਂ ਜਨਮ ਜਯੰਤੀ ਉੱਤੇ ਸ਼ੁਭ ਕਾਮਨਾਵਾਂ ਦੇ ਨਾਲ ਹਰ ਹਿੰਦੁਸਤਾਨੀ ਤੋਂ ਕਿਸੇ ਨਾ ਕਿਸੇ ਸੰਕਲਪ ਦੀ ਮੈਂ ਆਸ ਰੱਖਦਾ ਹਾਂ। ਦੇਸ਼ ਦੇ ਲਈ, ਸਮਾਜ ਦੇ ਲਈ, ਕਿਸੇ ਹੋਰ ਦੇ ਲਈ ਕੁਝ ਨਾ ਕੁਝ ਕਰਨਾ ਚਾਹੀਦਾ। ਇਹੀ ਬਾਪੂ ਨੂੰ ਚੰਗੀ, ਸੱਚੀ, ਪ੍ਰਮਾਣਿਕ ਕਾਰਿਆਂਜਲੀ ਹੋਏਗੀ। ਮਾਂ ਭਾਰਤੀ ਦੇ ਸਪੁੱਤਰੋ, ਤੁਹਾਨੂੰ ਯਾਦ ਹੋਏਗਾ ਕਿ ਪਿਛਲੇ ਕੁਝ ਸਾਲਾਂ ਵਿੱਚ ਅਸੀਂ 2 ਅਕਤੂਬਰ ਤੋਂ ਪਹਿਲਾਂ ਲਗਭਗ 2 ਹਫ਼ਤਿਆਂ ਤੱਕ ਦੇਸ਼ ਭਰ ਵਿੱਚ ਸਵੱਛਤਾ ਹੀ ਸੇਵਾ ਮੁਹਿੰਮ ਚਲਾਉਂਦੇ ਹਾਂ। ਇਸ ਵਾਰੀ ਇਹ 11 ਸਤੰਬਰ ਤੋਂ ਸ਼ੁਰੂ ਹੋਏਗੀ। ਇਸ ਦੌਰਾਨ ਅਸੀਂ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਕਾਰ ਸੇਵਾ ਦੇ ਜ਼ਰੀਏ ਮਹਾਤਮਾ ਗਾਂਧੀ ਨੂੰ ਕਾਰਿਆਂਜਲੀ ਦੇਵਾਂਗੇ। ਘਰ ਹੋਣ ਜਾਂ ਗਲੀਆਂ, ਚੌਕ ਚੁਰਾਹੇ ਹੋਣ ਜਾਂ ਨਾਲੀਆਂ, ਸਕੂਲ, ਕਾਲਜ ਤੋਂ ਲੈ ਕੇ ਸਾਰੀਆਂ ਜਨਤਕ ਥਾਵਾਂ ਉੱਤੇ ਸਵੱਛਤਾ ਦਾ ਮਹਾਂ ਅਭਿਆਨ ਚਲਾਉਣਾ ਹੈ। ਇਸ ਵਾਰੀ ਪਲਾਸਟਿਕ ਉੱਤੇ ਵਿਸ਼ੇਸ਼ ਜ਼ੋਰ ਦੇਣਾ ਹੈ। 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਮੈਂ ਇਹ ਕਿਹਾ ਸੀ ਕਿ ਜਿਸ ਉਤਸ਼ਾਹ ਅਤੇ ਊਰਜਾ ਨਾਲ 125 ਕਰੋੜ ਦੇਸ਼ ਵਾਸੀਆਂ ਨੇ ਸਵੱਛਤਾ ਲਈ ਮੁਹਿੰਮ ਚਲਾਈ, ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤੀ ਦੇ ਲਈ ਕੰਮ ਕੀਤਾ, ਉਸੇ ਤਰ੍ਹਾਂ ਸਾਨੂੰ ਇਕੱਠੇ ਮਿਲ ਕੇ ਸਿੰਗਲ ਯੂਜ਼ ਪਲਾਸਟਿਕ ਦੇ ਇਸਤੇਮਾਲ ਨੂੰ ਖਤਮ ਕਰਨਾ ਹੈ। ਇਸ ਮੁਹਿੰਮ ਨੂੰ ਲੈ ਕੇ ਸਮਾਜ ਦੇ ਸਾਰੇ ਵਰਗਾਂ ਵਿੱਚ ਉਤਸ਼ਾਹ ਹੈ। ਮੇਰੇ ਕਈ ਵਪਾਰੀ ਭੈਣ ਭਰਾਵਾਂ ਨੇ ਦੁਕਾਨ ਵਿੱਚ ਇੱਕ ਤਖਤੀ ਲਗਾ ਦਿੱਤੀ ਹੈ, ਇੱਕ ਪਲੈਕਾਰਡ ਲਗਾ ਦਿੱਤਾ ਜਿਸ 'ਤੇ ਲਿਖਿਆ ਕਿ ਗਾਹਕ ਆਪਣਾ ਥੈਲਾ ਨਾਲ ਲੈ ਕੇ ਹੀ ਆਉਣ। ਇਸ ਨਾਲ ਪੈਸਾ ਵੀ ਬਚੇਗਾ
ਤੇ ਵਾਤਾਵਰਣ ਦੀ ਰੱਖਿਆ ਵਿੱਚ ਉਹ ਆਪਣਾ ਯੋਗਦਾਨ ਵੀ ਪਾ ਸਕਣਗੇ। ਇਸ ਵਾਰੀ 2 ਅਕਤੂਬਰ ਨੂੰ ਜਦੋਂ ਬਾਪੂ ਦੀ 150ਵੀਂ ਜਯੰਤੀ ਮਨਾਵਾਂਗੇ ਤਾਂ ਇਸ ਮੌਕੇ 'ਤੇ ਅਸੀਂ ਉਹਨਾਂ ਨੂੰ ਨਾ ਸਿਰਫ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਭਾਰਤ ਸਮਰਪਿਤ ਕਰਾਂਗੇ, ਬਲਕਿ ਉਸ ਦਿਨ ਪੂਰੇ ਦੇਸ਼ ਵਿੱਚ ਪਲਾਸਟਿਕ ਦੇ ਖਿਲਾਫ ਇੱਕ ਨਵੇਂ ਜਨ ਅੰਦੋਲਨ ਦੀ ਨੀਂਹ ਰੱਖਾਂਗੇ। ਮੈਂ ਸਮਾਜ ਦੇ ਸਾਰੇ ਵਰਗਾਂ ਨੂੰ, ਹਰ ਪਿੰਡ, ਕਸਬੇ ਅਤੇ ਸ਼ਹਿਰ ਦੇ ਨਿਵਾਸੀਆਂ ਨੂੰ ਅਪੀਲ ਕਰਦਾ, ਹੱਥ ਜੋੜ ਕੇ ਪ੍ਰਾਰਥਨਾ ਕਰਦਾ ਕਿ ਇਸੇ ਸਾਲ ਗਾਂਧੀ ਜਯੰਤੀ ਇੱਕ ਪ੍ਰਕਾਰ ਨਾਲ ਸਾਡੀ ਇਸ ਭਾਰਤ ਮਾਤਾ ਨੂੰ ਪਲਾਸਟਿਕ ਕਚਰੇ ਤੋਂ ਮੁਕਤੀ ਦੇ ਰੂਪ ਵਿੱਚ ਅਸੀਂ ਮਨਾਈਏ। 2 ਅਕਤੂਬਰ ਵਿਸ਼ੇਸ਼ ਦਿਨ ਦੇ ਰੂਪ ਵਿੱਚ ਮਨਾਈਏ। ਮਹਾਤਮਾ ਗਾਂਧੀ ਜਯੰਤੀ ਦਾ ਦਿਨ ਇੱਕ ਖਾਸ ਕਾਰ ਸੇਵਾ ਦਾ ਉਤਸਵ ਬਣ ਜਾਏ। ਦੇਸ਼ ਦੀਆਂ ਸਾਰੀਆਂ ਨਗਰ ਪਾਲਿਕਾਵਾਂ, ਨਗਰ ਨਿਗਮ, ਜ਼ਿਲ੍ਹਾ ਪ੍ਰਸ਼ਾਸਨ, ਗ੍ਰਾਮ ਪੰਚਾਇਤ, ਸਰਕਾਰੀ, ਗੈਰ ਸਰਕਾਰੀ ਸਾਰੀਆਂ ਵਿਵਸਥਾਵਾਂ, ਸਾਰੇ ਸੰਗਠਨ, ਇੱਕ ਨਾਗਰਿਕ, ਹਰੇਕ ਨੂੰ ਮੇਰਾ ਅਨੁਰੋਧ ਹੈ ਕਿ ਪਲਾਸਟਿਕ ਕਚਰੇ ਦੇ ਕਲੈਕਸ਼ਨ ਅਤੇ ਸਟੋਰੇਜ ਦੇ ਲਈ ਉਚਿਤ ਵਿਵਸਥਾ ਹੋਵੇ। ਮੈਂ ਕਾਰਪੋਰੇਟ ਸੈਕਟਰ ਨੂੰ ਵੀ ਅਪੀਲ ਕਰਦਾ ਕਿ ਜਦੋਂ ਇਹ ਸਾਰਾ ਪਲਾਸਟਿਕ ਵੇਸਟ ਇਕੱਠਾ ਹੋ ਜਾਏ ਤਾਂ ਇਸ ਦੇ ਉਚਿਤ ਨਿਪਟਾਰੇ ਲਈ ਅੱਗੇ ਆਉਣ, ਡਿਸਪੋਜ਼ਲ ਦੀ ਵਿਵਸਥਾ ਹੋਵੇ। ਇਸ ਨੂੰ ਰੀਸਾਈਕਲ ਕੀਤਾ ਜਾ ਸਕਦਾ ਹੈ, ਇਸ ਨੂੰ ਬਾਲਣ ਬਣਾਇਆ ਜਾ ਸਕਦਾ ਹੈ। ਇਸ ਤਰ੍ਹਾਂ ਇਸ ਦੀਵਾਲੀ ਤੱਕ ਅਸੀਂ ਇਸ ਪਲਾਸਟਿਕ ਕਚਰੇ ਦੇ ਸੁਰੱਖਿਅਤ ਨਿਪਟਾਰੇ ਦਾ ਵੀ ਕੰਮ ਪੂਰਾ ਕਰ ਸਕਦੇ ਹਾਂ। ਬਸ ਸੰਕਲਪ ਚਾਹੀਦਾ ਹੈ। ਪ੍ਰੇਰਣਾ ਦੇ ਲਈ ਇੱਧਰ ਉੱਧਰ ਵੇਖਣ ਦੀ ਜ਼ਰੂਰਤ ਨਹੀਂ ਹੈ। ਗਾਂਧੀ ਤੋਂ ਵੱਡੀ ਪ੍ਰੇਰਣਾ ਹੋਰ ਕੀ ਹੋ ਸਕਦੀ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਸਾਡੇ ਸੰਸਕ੍ਰਿਤ ਸੁਭਾਸ਼ਿਤ ਇੱਕ ਪ੍ਰਕਾਰ ਨਾਲ ਗਿਆਨ ਦੇ ਰਤਨ ਹੁੰਦੇ ਨੇ। ਸਾਨੂੰ ਜੀਵਨ ਵਿੱਚ ਜੋ ਚਾਹੀਦਾ ਉਸ ਵਿੱਚੋਂ ਮਿਲ ਸਕਦਾ। ਇਨ੍ਹੀਂ ਦਿਨੀਂ ਤਾਂ ਮੇਰਾ ਸੰਪਰਕ ਬਹੁਤ ਘੱਟ ਹੋ ਗਿਆ, ਪਰ ਪਹਿਲਾਂ ਮੇਰਾ ਸੰਪਰਕ ਬਹੁਤ ਸੀ। ਅੱਜ ਮੈਂ ਇੱਕ ਸੰਸਕ੍ਰਿਤ ਸੁਭਾਸ਼ਿਤ ਨਾਲ ਇੱਕ ਬਹੁਤ ਮਹੱਤਵਪੂਰਨ ਗੱਲ ਨੂੰ ਛੂਹਣਾ ਚਾਹੁੰਦਾ ਅਤੇ ਇਹ ਸਦੀਆਂ ਪਹਿਲਾਂ ਲਿਖੀਆਂ ਗਈਆਂ ਗੱਲਾਂ ਨੇ, ਲੇਕਿਨ ਅੱਜ ਵੀ ਇਹਨਾਂ ਦਾ ਕਿੰਨਾ ਮਹੱਤਵ ਹੈ। ਇੱਕ ਉੱਤਮ ਸੁਭਾਸ਼ਿਤ ਹੈ ਅਤੇ ਉਸ ਸੁਭਾਸ਼ਿਤ ਨੇ ਕਿਹਾ, ਪ੍ਰਿਥਵੀਆਮ ਤ੍ਰੀਣੀ ਰਤਨਾਨੀ ਜਲਮਨਮ ਸੁਭਾਸ਼ਿਤਮ ਮੂੜੇ ਪਾਸ਼ਾਨ ਖੰਡੇਸ਼ੂ ਰਤਨ ਸੰਗਿਆ ਪ੍ਰਦੀਯਤੇ। ਯਾਨੀ ਕਿ ਧਰਤੀ ਵਿੱਚ ਜਲ, ਅੰਨ ਅਤੇ ਸੁਭਾਸ਼ਿਤ ਇਹ 3 ਰਤਨ ਨੇ। ਮੂਰਖ ਲੋਕ ਪੱਥਰ ਨੂੰ ਰਤਨ ਕਹਿੰਦੇ ਨੇ। ਸਾਡੇ ਸੱਭਿਆਚਾਰ ਵਿੱਚ ਅੰਨ ਦੀ ਬਹੁਤ ਮਹਿਮਾ ਰਹੀ ਹੈ, ਇੱਥੋਂ ਤੱਕ ਕਿ ਅਸੀਂ ਅੰਨ ਦੇ ਗਿਆਨ ਨੂੰ ਵੀ ਵਿਗਿਆਨ ਵਿੱਚ ਬਦਲ ਦਿੱਤਾ ਹੈ। ਸੰਤੁਲਿਤ ਅਤੇ ਪੋਸ਼ਕ ਭੋਜਨ ਸਾਡੇ ਸਾਰਿਆਂ ਲਈ ਜ਼ਰੂਰੀ ਹੈ, ਖਾਸ ਤੌਰ ਉੱਤੇ ਔਰਤਾਂ ਅਤੇ ਨਵਜਨਮੇ ਬੱਚਿਆਂ ਲਈ, ਕਿਉਂਕਿ ਇਹੀ ਸਾਡੇ ਸਮਾਜ ਦੇ ਭਵਿੱਖ ਦੀ ਨੀਂਹ ਹਨ। ਪੋਸ਼ਣ ਅਭਿਆਨ ਦੇ ਤਹਿਤ ਪੂਰੇ ਦੇਸ਼ ਵਿੱਚ ਆਧੁਨਿਕ ਵਿਗਿਆਨਕ ਤਰੀਕਿਆਂ ਨਾਲ ਪੋਸ਼ਣ ਨੂੰ ਜਨ ਅੰਦੋਲਨ ਬਣਾਇਆ ਜਾ ਰਿਹਾ ਹੈ। ਲੋਕ ਨਵੇਂ ਅਤੇ ਦਿਲਚਸਪ ਤਰੀਕਿਆਂ ਨਾਲ ਕੁਪੋਸ਼ਣ ਦੇ ਖਿਲਾਫ ਲੜ ਰਹੇ ਨੇ। ਕਦੇ ਮੇਰੇ ਧਿਆਨ ਵਿੱਚ ਇੱਕ ਗੱਲ ਲਿਆਂਦੀ ਗਈ ਸੀ। ਨਾਸਿਕ ਦੇ ਅੰਦਰ ਮੁੱਠੀ ਭਰ ਅਨਾਜ ਇੱਕ ਵੱਡਾ ਅੰਦੋਲਨ ਹੋ ਗਿਆ। ਇਸ ਵਿੱਚ ਫਸਲ ਕਟਾਈ ਦੇ ਦਿਨਾਂ ਵਿੱਚ ਆਂਗਣਵਾੜੀ ਸੇਵਿਕਾਵਾਂ ਲੋਕਾਂ ਤੋਂ ਇੱਕ ਮੁੱਠੀ ਅਨਾਜ ਇਕੱਠਾ ਕਰਦੀਆਂ ਨੇ। ਇਸ ਅਨਾਜ ਦੀ ਵਰਤੋਂ ਬੱਚਿਆਂ ਅਤੇ ਔਰਤਾਂ ਲਈ ਗਰਮ ਭੋਜਨ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਵਿੱਚ ਦਾਨ ਕਰਨ ਵਾਲਾ ਵਿਅਕਤੀ ਇੱਕ ਤਰ੍ਹਾਂ ਨਾਲ ਜਾਗਰੂਕ ਨਾਗਰਿਕ ਸਮਾਜ ਸੇਵਕ ਬਣ ਜਾਂਦਾ ਹੈ। ਇਸ ਦੇ ਬਾਅਦ ਉਹ ਇਸ ਕਾਰਜ ਲਈ ਖੁਦ ਵੀ ਸਮਰਪਿਤ ਹੋ ਜਾਂਦਾ ਹੈ। ਉਸ ਅੰਦੋਲਨ ਦਾ ਉਹ ਇੱਕ ਸਿਪਾਹੀ ਬਣ ਜਾਂਦਾ ਹੈ। ਅਸੀਂ ਸਾਰਿਆਂ ਨੇ ਪਰਿਵਾਰਾਂ ਵਿੱਚ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਅੰਨ ਪ੍ਰਾਸ਼ਨ ਸੰਸਕਾਰ ਦੇ ਬਾਰੇ ਸੁਣਿਆ। ਇਹ ਸੰਸਕਾਰ ਉਦੋਂ ਕੀਤਾ ਜਾਂਦਾ ਜਦੋਂ ਬੱਚੇ ਨੂੰ ਪਹਿਲੀ ਵਾਰੀ ਠੋਸ ਭੋਜਨ ਖਵਾਉਣਾ ਸ਼ੁਰੂ ਕਰਦੇ ਹਾਂ। ਲਿਕੁਇਡ ਫੂਡ ਨਹੀਂ, ਸੋਲਿਡ ਫੂਡ। ਗੁਜਰਾਤ ਨੇ 2010 ਵਿੱਚ ਸੋਚਿਆ ਕਿ ਕਿਉਂ ਨਾ ਅੰਨ ਪ੍ਰਾਸ਼ਨ ਸੰਸਕਾਰ ਦੇ ਮੌਕੇ 'ਤੇ ਬੱਚਿਆਂ ਨੂੰ ਕੰਪਲੀਮੈਂਟਰੀ ਫੂਡ ਦਿੱਤਾ ਜਾਏ ਤਾਂ ਕਿ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾ ਸਕੇ। ਇਹ ਇੱਕ ਬਹੁਤ ਹੀ ਸ਼ਾਨਦਾਰ ਪਹਿਲ ਹੈ ਜਿਸ ਨੂੰ ਹਰ ਥਾਂ ਉੱਤੇ ਅਪਣਾਇਆ ਜਾ ਸਕਦਾ ਹੈ। ਕਈ ਸੂਬਿਆਂ ਵਿੱਚ ਲੋਕ ਤਿਥੀ ਭੋਜਨ ਮੁਹਿੰਮ ਚਲਾਉਂਦੇ ਨੇ। ਜੇਕਰ ਪਰਿਵਾਰ ਵਿੱਚ ਜਨਮ ਦਿਨ ਹੋਵੇ, ਕੋਈ ਸ਼ੁਭ ਦਿਨ ਹੋਵੇ, ਕੋਈ ਯਾਦਗਾਰੀ ਦਿਵਸ ਹੋਵੇ ਤਾਂ ਪਰਿਵਾਰ ਦੇ ਲੋਕ ਪੌਸ਼ਟਿਕ ਭੋਜਨ, ਸਵਾਦੀ ਖਾਣਾ ਬਣਾ ਕੇ
ਆਂਗਣਵਾੜੀ ਵਿੱਚ ਜਾਂਦੇ ਨੇ, ਸਕੂਲਾਂ ਵਿੱਚ ਜਾਂਦੇ ਨੇ ਅਤੇ ਪਰਿਵਾਰ ਦੇ ਲੋਕ ਖੁਦ ਬੱਚਿਆਂ ਨੂੰ ਪਰੋਸਦੇ ਨੇ, ਖਵਾਉਂਦੇ ਨੇ, ਆਪਣੇ ਆਨੰਦ ਨੂੰ ਵੀ ਵੰਡਦੇ ਨੇ ਅਤੇ ਆਨੰਦ ਵਿੱਚ ਇਜ਼ਾਫਾ ਕਰਦੇ ਨੇ। ਸੇਵਾ ਭਾਵ ਅਤੇ ਆਨੰਦ ਭਾਵ ਦਾ ਅਨੋਖਾ ਮਿਲਨ ਨਜ਼ਰ ਆਉਂਦਾ ਹੈ। ਸਾਥੀਓ, ਅਜਿਹੀਆਂ ਕਈ ਛੋਟੀਆਂ-ਛੋਟੀਆਂ ਚੀਜ਼ਾਂ ਨੇ ਜਿਸ ਨਾਲ ਸਾਡਾ ਦੇਸ਼ ਕੁਪੋਸ਼ਣ ਦੇ ਖਿਲਾਫ ਇੱਕ ਪ੍ਰਭਾਵੀ ਲੜਾਈ ਲੜ ਸਕਦਾ ਹੈ। ਅੱਜ ਜਾਗਰੂਕਤਾ ਦੀ ਕਮੀ ਕਾਰਨ ਕੁਪੋਸ਼ਣ ਨਾਲ ਗਰੀਬ ਵੀ ਅਤੇ ਅਮੀਰ ਵੀ ਦੋਵਾਂ ਤਰ੍ਹਾਂ ਦੇ ਪਰਿਵਾਰ ਪ੍ਰਭਾਵਿਤ ਨੇ। ਪੂਰੇ ਦੇਸ਼ ਵਿੱਚ ਸਤੰਬਰ ਮਹੀਨਾ ਪੋਸ਼ਣ ਮੁਹਿੰਮ ਦੇ ਰੂਪ ਵਿੱਚ ਮਨਾਇਆ ਜਾਏਗਾ। ਤੁਸੀਂ ਜ਼ਰੂਰ ਇਸ ਨਾਲ ਜੁੜੋ, ਜਾਣਕਾਰੀ ਲਓ, ਕੁਝ ਨਵਾਂ ਜੋੜੋ, ਤੁਸੀਂ ਵੀ ਯੋਗਦਾਨ ਦਿਓ। ਜੇਕਰ ਤੁਸੀਂ ਇੱਕ ਅੱਧ ਵਿਅਕਤੀ ਨੂੰ ਵੀ ਕੁਪੋਸ਼ਣ ਤੋਂ ਬਾਹਰ ਲਿਆਉਂਦੇ ਹੋ, ਮਤਲਬ ਅਸੀਂ ਦੇਸ਼ ਨੂੰ ਕੁਪੋਸ਼ਣ ਤੋਂ ਬਾਹਰ ਲਿਆਉਂਦੇ ਹਾਂ। ਹੈਲੋ ਸਰ, ਮੇਰਾ ਨਾਮ ਸ੍ਰਿਸ਼ਟੀ ਵਿਦਿਆ ਹੈ ਅਤੇ ਮੈਂ ਸੈਕਿੰਡ ਈਅਰ ਦੀ ਸਟੂਡੈਂਟ ਹਾਂ। ਸਰ, ਮੈਂ 12 ਅਗਸਤ ਨੂੰ ਤੁਹਾਡਾ ਐਪੀਸੋਡ ਵੇਖਿਆ ਸੀ ਬੀਅਰ ਗ੍ਰਿਲਸ ਦੇ ਨਾਲ, ਜਿਸ ਵਿੱਚ ਤੁਸੀਂ ਆਏ ਸੀ। ਤਾਂ ਸਰ, ਮੈਨੂੰ ਤੁਹਾਡਾ ਉਹ ਐਪੀਸੋਡ ਵੇਖ ਕੇ ਬਹੁਤ ਚੰਗਾ ਲੱਗਾ। ਫਸਟ ਆਫ ਆਲ ਤਾਂ ਇਹ ਸੁਣ ਕੇ ਚੰਗਾ ਲੱਗਾ ਕਿ ਤੁਹਾਨੂੰ ਸਾਰੇ ਨੇਚਰ, ਵਾਈਲਡ ਲਾਈਫ ਅਤੇ ਇਨਵਾਇਰਮੈਂਟ ਦਾ ਕਿੰਨਾ ਜ਼ਿਆਦਾ ਫਿਕਰ ਹੈ, ਕਿੰਨੀ ਜ਼ਿਆਦਾ ਕੇਅਰ ਹੈ। ਅਤੇ ਸਰ, ਮੈਨੂੰ ਬਹੁਤ ਚੰਗਾ ਲੱਗਾ ਤੁਹਾਨੂੰ ਇਸ ਨਵੇਂ ਰੂਪ ਵਿੱਚ, ਇੱਕ ਐਡਵੈਂਚਰਸ ਦੇ ਰੂਪ ਵਿੱਚ ਦੇਖ ਕੇ। ਤਾਂ ਸਰ, ਮੈਂ ਜਾਣਨਾ ਚਾਹਾਂਗੀ ਕਿ ਇਸ ਐਪੀਸੋਡ ਦੇ ਦੌਰਾਨ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ। ਅਤੇ ਸਰ, ਲਾਸਟ ਵਿੱਚ ਇੱਕ ਗੱਲ ਹੋਰ ਐਡ ਕਰਨਾ ਚਾਹਾਂਗੀ ਕਿ ਤੁਹਾਡਾ ਫਿਟਨੈਸ ਲੈਵਲ ਵੇਖ ਕੇ ਸਾਡੇ ਵਰਗੇ ਯੰਗਸਟਰ ਬਹੁਤ ਜ਼ਿਆਦਾ ਇੰਪਰੈਸ ਅਤੇ ਬਹੁਤ ਜ਼ਿਆਦਾ ਮੋਟੀਵੇਟ ਹੋਏ ਨੇ ਤੁਹਾਨੂੰ ਇੰਨਾ ਫਿਟ ਅਤੇ ਫਾਈਨ ਦੇਖ ਕੇ। ਸ੍ਰਿਸ਼ਟੀ ਜੀ, ਤੁਹਾਡੇ ਫੋਨ ਕਾਲ ਦੇ ਲਈ ਧੰਨਵਾਦ। ਤੁਹਾਡੇ ਹੀ ਵਾਂਗ ਹਰਿਆਣਾ ਵਿੱਚ ਸੋਹਾਣਾ ਤੋਂ ਕੇ ਪਾਂਡੇ ਜੀ ਅਤੇ ਸੂਰਤ ਦੀ ਐਸ਼ਵਰਿਆ ਸ਼ਰਮਾ ਜੀ ਤੋਂ ਇਲਾਵਾ ਕਈ ਲੋਕਾਂ ਨੇ ਡਿਸਕਵਰੀ ਚੈਨਲ ਉੱਤੇ ਵਿਖਾਏ ਗਏ ਮੈਨ ਵਰਸਸ ਵਾਈਲਡ ਐਪੀਸੋਡ ਦੇ ਬਾਰੇ ਜਾਣਨਾ ਚਾਹਿਆ। ਇਸ ਵਾਰੀ ਜਦੋਂ ਮਨ ਕੀ ਬਾਤ ਦੇ ਲਈ ਮੈਂ ਸੋਚ ਰਿਹਾ ਸਾਂ ਤਾਂ ਮੈਨੂੰ ਪੱਕਾ ਭਰੋਸਾ ਸੀ ਕਿ ਇਸ ਵਿਸ਼ੇ ਬਾਰੇ ਬਹੁਤ ਸਾਰੇ ਸਵਾਲ ਆਉਣਗੇ ਅਤੇ ਹੋਇਆ ਵੀ ਅਜਿਹਾ ਹੀ। ਅਤੇ ਪਿਛਲੇ ਕੁਝ ਹਫ਼ਤਿਆਂ ਵਿੱਚ ਮੈਂ ਜਿੱਥੇ ਵੀ ਗਿਆ, ਲੋਕਾਂ ਨਾਲ ਮਿਲਿਆ ਹਾਂ, ਉੱਥੇ ਮੈਨ ਵਰਸਸ ਵਾਈਲਡ ਦਾ ਵੀ ਜ਼ਿਕਰ ਆ ਹੀ ਜਾਂਦਾ ਹੈ। ਇਸ ਇੱਕ ਐਪੀਸੋਡ ਨਾਲ ਮੈਂ ਹਿੰਦੁਸਤਾਨ, ਦੁਨੀਆ ਭਰ ਦੇ ਨੌਜਵਾਨਾਂ ਨਾਲ ਜੁੜ ਗਿਆ ਹਾਂ। ਮੈਂ ਵੀ ਕਦੇ ਸੋਚਿਆ ਨਹੀਂ ਸੀ ਕਿ ਨੌਜਵਾਨ ਦਿਲਾਂ ਵਿੱਚ ਇਸ ਪ੍ਰਕਾਰ ਨਾਲ ਮੇਰੀ ਜਗ੍ਹਾ ਬਣ ਜਾਏਗੀ। ਮੈਂ ਵੀ ਕਦੇ ਸੋਚਿਆ ਨਹੀਂ ਸੀ ਕਿ ਸਾਡੇ ਦੇਸ਼ ਦੇ ਅਤੇ ਦੁਨੀਆ ਦੇ ਨੌਜਵਾਨ ਕਿੰਨੀਆਂ ਵਿਵਿਧਤਾ ਭਰੀਆਂ ਚੀਜ਼ਾਂ ਵੱਲ ਧਿਆਨ ਦਿੰਦੇ ਨੇ। ਮੈਂ ਵੀ ਕਦੇ ਸੋਚਿਆ ਨਹੀਂ ਸੀ ਕਿ ਕਦੇ ਦੁਨੀਆ ਭਰ ਦੇ ਨੌਜਵਾਨਾਂ ਦੇ ਦਿਲ ਨੂੰ ਛੂਹਣ ਦਾ ਮੇਰੀ ਜ਼ਿੰਦਗੀ ਵਿੱਚ ਮੌਕਾ ਆਏਗਾ। ਅਤੇ ਹੁੰਦਾ ਕੀ ਹੈ, ਅਜੇ ਪਿਛਲੇ ਹਫ਼ਤੇ ਮੈਂ ਭੂਟਾਨ ਗਿਆ ਸਾਂ। ਮੈਂ ਵੇਖਿਆ ਕਿ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਮੈਨੂੰ ਜਦੋਂ ਵੀ ਕਿਤੇ ਜਾਣ ਦਾ ਮੌਕਾ ਮਿਲਿਆ ਅਤੇ ਕੌਮਾਂਤਰੀ ਯੋਗ ਦਿਵਸ ਦੇ ਕਾਰਨ ਸਥਿਤੀ ਇਹ ਬਣ ਗਈ ਹੈ ਕਿ ਦੁਨੀਆ ਵਿੱਚ ਜਿਸ ਕਿਸੇ ਕੋਲ ਜਾਂਦਾ ਹਾਂ, ਬੈਠਦਾ ਹਾਂ, ਤਾਂ ਕੋਈ ਨਾ ਕੋਈ 5-7 ਮਿੰਟ ਤਾਂ ਯੋਗ ਦੇ ਸੰਬੰਧ ਵਿੱਚ ਮੇਰੇ ਨਾਲ ਸਵਾਲ ਜਵਾਬ ਕਰਦੇ ਹੀ ਰਹਿੰਦੇ ਨੇ। ਸ਼ਾਇਦ ਹੀ ਦੁਨੀਆ ਦਾ ਕੋਈ ਵੱਡਾ ਅਜਿਹਾ ਨੇਤਾ ਹੋਵੇਗਾ ਜਿਸ ਨੇ ਮੇਰੇ ਨਾਲ ਯੋਗ ਦੇ ਸੰਬੰਧ ਵਿੱਚ ਚਰਚਾ ਨਾ ਕੀਤੀ ਹੋਏ। ਅਤੇ ਇਹ ਸਾਰੀ ਦੁਨੀਆ ਵਿੱਚੋਂ ਮੇਰਾ ਅਨੁਭਵ ਆਇਆ। ਪਰ ਇਨ੍ਹੀਂ ਦਿਨੀਂ ਇੱਕ ਨਵਾਂ ਤਜਰਬਾ ਹੋ ਰਿਹਾ। ਜੋ ਵੀ ਮਿਲਦਾ, ਜਿੱਥੇ ਵੀ ਗੱਲ ਕਰਨ ਦਾ ਮੌਕਾ ਮਿਲਦਾ, ਉਹ ਵਾਈਲਡ ਲਾਈਫ ਦੇ ਬਾਰੇ ਚਰਚਾ ਕਰਦਾ, ਐਨਵਾਇਰਨਮੈਂਟ ਦੇ ਸੰਬੰਧ ਵਿੱਚ ਚਰਚਾ ਕਰਦਾ, ਟਾਈਗਰ, ਲਾਇਨ, ਜੀਵ ਸ੍ਰਿਸ਼ਟੀ। ਅਤੇ ਮੈਂ ਹੈਰਾਨ ਹਾਂ ਕਿ ਲੋਕਾਂ ਦੀ ਕਿੰਨੀ ਰੁਚੀ ਹੁੰਦੀ ਹੈ। ਡਿਸਕਵਰੀ ਦੇ ਇਸ ਪ੍ਰੋਗਰਾਮ ਨੂੰ 165 ਦੇਸ਼ਾਂ ਵਿੱਚ ਉਹਨਾਂ ਦੀ ਭਾਸ਼ਾ ਵਿੱਚ ਪ੍ਰਸਾਰਿਤ ਕਰਨ ਦੀ ਯੋਜਨਾ ਬਣਾਈ ਹੈ। ਅੱਜ ਜਦੋਂ ਵਾਤਾਵਰਣ, ਗਲੋਬਲ ਵਾਰਮਿੰਗ, ਕਲਾਈਮੇਟ ਚੇਂਜ ਇੱਕ ਆਲਮੀ ਮੰਥਨ ਦਾ ਦੌਰ ਚੱਲ ਰਿਹਾ, ਮੈਨੂੰ ਆਸ਼ਾ ਹੈ ਕਿ ਅਜਿਹੇ ਵਿੱਚ ਇਹ ਪ੍ਰੋਗਰਾਮ ਭਾਰਤ ਦਾ ਸੁਨੇਹਾ, ਭਾਰਤ ਦੀ ਰਵਾਇਤ, ਭਾਰਤ ਦੇ ਸੰਸਕਾਰ ਯਾਤਰਾ ਵਿੱਚ ਕੁਦਰਤ ਦੇ ਪ੍ਰਤੀ ਸੰਵੇਦਨਸ਼ੀਲਤਾ, ਇਹਨਾਂ ਸਾਰੀਆਂ ਗੱਲਾਂ ਨਾਲ ਦੁਨੀਆ ਨੂੰ ਜਾਣੂ ਕਰਾਉਣ ਵਿੱਚ ਡਿਸਕਵਰੀ ਚੈਨਲ ਦਾ ਇਹ ਐਪੀਸੋਡ ਬਹੁਤ ਮਦਦ ਕਰੇਗਾ। ਅਜਿਹਾ ਮੇਰਾ ਪੱਕਾ ਵਿਸ਼ਵਾਸ ਬਣ ਗਿਆ ਅਤੇ ਸਾਡੇ ਭਾਰਤ ਵਿੱਚ ਕਲਾਈਮੇਟ ਜਸਟਿਸ ਅਤੇ ਕਲੀਨ ਐਨਵਾਇਰਨਮੈਂਟ ਦੀ ਦਿਸ਼ਾ ਵਿੱਚ ਚੁੱਕੇ ਗਏ ਕਦਮਾਂ ਨੂੰ ਹੁਣ ਲੋਕ ਜਾਣਨਾ ਚਾਹੁੰਦੇ ਨੇ। ਪਰ ਇੱਕ ਹੋਰ ਇੰਟਰਸਟਿੰਗ ਗੱਲ ਹੈ, ਕੁਝ ਲੋਕ ਸੰਕੋਚ ਦੇ ਨਾਲ ਵੀ ਮੈਨੂੰ ਇੱਕ ਗੱਲ ਜ਼ਰੂਰ ਪੁੱਛਦੇ ਨੇ ਕਿ ਮੋਦੀ ਜੀ ਦੱਸੋ, ਜਦੋਂ ਤੁਸੀਂ ਹਿੰਦੀ ਬੋਲ ਰਹੇ ਸੀ ਅਤੇ ਬੀਅਰ ਗ੍ਰਿਲਜ਼ ਹਿੰਦੀ ਜਾਣਦੇ ਨਹੀਂ, ਤਾਂ ਇੰਨੀ ਤੇਜ਼ੀ ਨਾਲ ਤੁਹਾਡੇ ਵਿੱਚ ਸੰਵਾਦ ਕਿਵੇਂ ਹੁੰਦਾ ਸੀ? ਕੀ ਇਹ ਬਾਅਦ ਵਿੱਚ ਐਡਿਟ ਕੀਤਾ ਹੋਇਆ? ਇਹ ਕਿੰਨੀ ਵਾਰ ਸ਼ੂਟਿੰਗ ਹੋਇਆ?
ਕੀ ਹੋਇਆ? ਬਹੁਤ ਜਿਗਿਆਸਾ ਨਾਲ ਪੁੱਛਦੇ ਨੇ। ਵੇਖੋ, ਇਸ ਵਿੱਚ ਕੋਈ ਰਹੱਸ ਨਹੀਂ ਹੈ। ਕਈ ਲੋਕਾਂ ਦੇ ਮਨ ਵਿੱਚ ਇਹ ਸਵਾਲ ਹੈ ਤਾਂ ਮੈਂ ਇਸ ਰਹੱਸ ਨੂੰ ਖੋਲ੍ਹ ਹੀ ਦਿੰਦਾ। ਵੈਸੇ ਉਹ ਰਹੱਸ ਹੈ ਹੀ ਨਹੀਂ। ਰਿਐਲਿਟੀ ਤਾਂ ਇਹ ਹੈ ਕਿ ਬੀਅਰ ਗ੍ਰਿਲਸ ਦੇ ਨਾਲ ਗੱਲਬਾਤ ਵਿੱਚ ਟੈਕਨੋਲੋਜੀ ਦਾ ਭਰਪੂਰ ਇਸਤੇਮਾਲ ਕੀਤਾ ਗਿਆ। ਜਦੋਂ ਮੈਂ ਕੁਝ ਵੀ ਬੋਲਦਾ ਸਾਂ, ਤੁਰੰਤ ਹੀ ਅੰਗਰੇਜ਼ੀ ਵਿੱਚ ਸਾਈਮਲਟੇਨੀਅਸ ਅਨੁਵਾਦ ਹੁੰਦਾ ਸੀ, ਸਾਈਮਲਟੇਨੀਅਸ ਇੰਟਰਪ੍ਰੀਟੇਸ਼ਨ ਹੁੰਦਾ ਸੀ। ਬੀਅਰ ਗ੍ਰਿਲਸ ਦੇ ਕੰਨ ਵਿੱਚ ਇੱਕ ਕਾਰਡਲੈਸ ਛੋਟਾ ਜਿਹਾ ਇੰਸਟਰੂਮੈਂਟ ਲੱਗਾ ਹੋਇਆ ਸੀ ਤਾਂ ਮੈਂ ਬੋਲਦਾ ਸਾਂ ਹਿੰਦੀ, ਲੇਕਿਨ ਉਹਨਾਂ ਨੂੰ ਸੁਣਾਈ ਦਿੰਦੀ ਸੀ ਅੰਗਰੇਜ਼ੀ, ਅਤੇ ਉਸ ਦੇ ਕਾਰਨ ਸੰਵਾਦ ਬਹੁਤ ਆਸਾਨ ਹੋ ਜਾਂਦਾ ਸੀ। ਅਤੇ ਟੈਕਨੋਲੋਜੀ ਦਾ ਇਹੀ ਤਾਂ ਕਮਾਲ ਹੈ। ਇਸ ਸ਼ੋਅ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਮੈਨੂੰ ਜਿਮ ਕਾਰਬੈਟ ਨੈਸ਼ਨਲ ਪਾਰਕ ਦੇ ਬਾਰੇ ਵਿੱਚ ਚਰਚਾ ਕਰਦੇ ਨਜ਼ਰ ਆਏ ਨੇ। ਤੁਸੀਂ ਲੋਕ ਵੀ ਨੇਚਰ ਅਤੇ ਵਾਈਲਡ ਲਾਈਫ, ਕੁਦਰਤ ਨਾਲ ਜੁੜੇ ਸਥਾਨਾਂ 'ਤੇ ਜ਼ਰੂਰ ਜਾਓ। ਮੈਂ ਪਹਿਲਾਂ ਵੀ ਕਿਹਾ, ਮੈਂ ਹੁਣ ਵੀ ਕਹਿੰਦਾ ਤੁਹਾਨੂੰ ਕਿ ਆਪਣੇ ਜੀਵਨ ਵਿੱਚ ਨਾਰਥ ਈਸਟ ਜ਼ਰੂਰ ਜਾਓ। ਕੀ ਕੁਦਰਤ ਹੈ ਉੱਥੇ, ਤੁਸੀਂ ਵੇਖਦੇ ਹੀ ਰਹਿ ਜਾਓਗੇ। ਤੁਹਾਡੇ ਅੰਦਰ ਦਾ ਵਿਸਥਾਰ ਹੋ ਜਾਏਗਾ। 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਮੈਂ ਤੁਹਾਨੂੰ ਸਾਰਿਆਂ ਨੂੰ ਅਨੁਰੋਧ ਕੀਤਾ ਸੀ ਕਿ ਅਗਲੇ 3 ਸਾਲਾਂ ਵਿੱਚ ਘੱਟ ਤੋਂ ਘੱਟ 15 ਸਥਾਨ ਅਤੇ ਭਾਰਤ ਦੇ ਅੰਦਰ 15 ਸਥਾਨਾਂ 'ਤੇ ਪੂਰੀ ਤਰ੍ਹਾਂ 100% ਟੂਰਿਜ਼ਮ ਦੇ ਲਈ ਹੀ ਅਜਿਹੇ 15 ਸਥਾਨਾਂ 'ਤੇ ਜਾਓ। ਵੇਖੋ, ਅਧਿਐਨ ਕਰੋ, ਪਰਿਵਾਰ ਨੂੰ ਲੈ ਕੇ ਜਾਓ, ਕੁਝ ਸਮਾਂ ਉੱਥੇ ਬਤੀਤ ਕਰੋ। ਵਿਭਿੰਨਤਾਵਾਂ ਨਾਲ ਭਰਿਆ ਹੋਇਆ ਦੇਸ਼ ਤੁਹਾਨੂੰ ਵੀ ਇਹ ਵਿਭਿੰਨਤਾਵਾਂ ਇੱਕ ਅਧਿਆਪਕ ਦੇ ਰੂਪ ਵਿੱਚ ਤੁਹਾਨੂੰ ਵੀ ਅੰਦਰੋਂ ਵਿਭਿੰਨਤਾਵਾਂ ਨਾਲ ਭਰ ਦੇਣਗੇ। ਤੁਹਾਡੇ ਆਪਣੇ ਜੀਵਨ ਦਾ ਵਿਸਥਾਰ ਹੋਏਗਾ, ਤੁਹਾਡੇ ਚਿੰਤਨ ਦਾ ਵਿਸਥਾਰ ਹੋਏਗਾ। ਅਤੇ ਮੇਰੇ 'ਤੇ ਭਰੋਸਾ ਕਰੋ ਕਿ ਭਾਰਤ ਦੇ ਵਿੱਚ ਹੀ ਅਜਿਹੇ ਸਥਾਨ ਨੇ ਜਿੱਥੋਂ ਤੁਸੀਂ ਨਵੀਂ ਊਰਜਾ, ਨਵਾਂ ਉਤਸ਼ਾਹ, ਨਵੀਂ ਉਮੰਗ, ਨਵੀਂ ਪ੍ਰੇਰਣਾ ਲੈ ਕੇ ਆਓਗੇ। ਅਤੇ ਹੋ ਸਕਦਾ ਕਿ ਕੁਝ ਥਾਵਾਂ 'ਤੇ ਤਾਂ ਵਾਰ-ਵਾਰ ਜਾਣ ਦਾ ਮਨ ਤੁਹਾਡਾ ਵੀ ਹੋਏਗਾ, ਤੁਹਾਡੇ ਪਰਿਵਾਰ ਦਾ ਵੀ ਹੋਏਗਾ। ਮੇਰੇ ਪਿਆਰੇ ਦੇਸ਼ ਵਾਸੀਓ, ਭਾਰਤ ਵਿੱਚ ਵਾਤਾਵਰਣ ਦੀ ਕੇਅਰ ਅਤੇ ਕੰਸਰਨ ਯਾਨੀ ਦੇਖਭਾਲ ਦੀ ਚਿੰਤਾ ਸੁਭਾਵਿਕ ਨਜ਼ਰ ਆ ਰਹੀ ਹੈ। ਪਿਛਲੇ ਮਹੀਨੇ ਮੈਨੂੰ ਦੇਸ਼ ਵਿੱਚ ਟਾਈਗਰ ਸੈਂਸਸ ਜਾਰੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਕੀ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਕਿੰਨੇ ਬਾਘ ਨੇ? ਭਾਰਤ ਵਿੱਚ ਬਾਘਾਂ ਦੀ ਆਬਾਦੀ 2967 ਹੈ, 2967। ਕੁਝ ਸਾਲ ਪਹਿਲਾਂ ਇਸ ਨਾਲੋਂ ਅੱਧੇ ਵੀ ਬਹੁਤ ਮੁਸ਼ਕਿਲ ਨਾਲ ਸਨ। ਬਾਘਾਂ ਦੇ ਬਾਰੇ 2010 ਵਿੱਚ ਰੂਸ ਦੇ ਸੇਂਟ ਪੀਟਰਸਬਰਗ ਵਿੱਚ ਟਾਈਗਰ ਸਮਿਟ ਹੋਇਆ ਸੀ। ਇਸ ਵਿੱਚ ਦੁਨੀਆ 'ਚ ਬਾਘਾਂ ਦੀ ਘਟਦੀ ਗਿਣਤੀ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਹੋਇਆਂ ਇੱਕ ਸੰਕਲਪ ਲਿਆ ਗਿਆ ਸੀ। ਇਹ ਸੰਕਲਪ ਸੀ 2022 ਤੱਕ ਪੂਰੀ ਦੁਨੀਆ ਵਿੱਚ ਬਾਘਾਂ ਦੀ ਗਿਣਤੀ ਨੂੰ ਦੁੱਗਣਾ ਕਰਨਾ। ਲੇਕਿਨ ਇਹ ਨਿਊ ਇੰਡੀਆ, ਅਸੀਂ ਟੀਚਿਆਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਦੇ ਹਾਂ। ਅਸੀਂ 2019 ਵਿੱਚ ਹੀ ਇੱਥੇ ਬਾਘਾਂ ਦੀ ਗਿਣਤੀ ਦੁੱਗਣੀ ਕਰ ਦਿੱਤੀ। ਭਾਰਤ ਵਿੱਚ ਸਿਰਫ ਬਾਘਾਂ ਦੀ ਗਿਣਤੀ ਨਹੀਂ, ਬਲਕਿ ਪ੍ਰੋਟੈਕਟਿਡ ਏਰੀਆਜ਼ ਅਤੇ ਕਮਿਊਨਿਟੀ ਰਿਜ਼ਰਵਜ਼ ਦੀ ਗਿਣਤੀ ਵੀ ਵਧੀ ਹੈ। ਜਦੋਂ ਮੈਂ ਬਾਘਾਂ ਦਾ ਡਾਟਾ ਰਿਲੀਜ਼ ਕਰ ਰਿਹਾ ਸਾਂ ਤਾਂ ਮੈਨੂੰ ਗੁਜਰਾਤ ਦੇ ਗਿਰ ਦੇ ਸ਼ੇਰ ਦੀ ਯਾਦ ਵੀ ਆਈ। ਜਦੋਂ ਮੈਂ ਉੱਥੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਸੰਭਾਲੀ ਸੀ ਤਾਂ ਗਿਰ ਦੇ ਜੰਗਲਾਂ ਵਿੱਚ ਸ਼ੇਰਾਂ ਦਾ ਹੈਬੀਟੈਟ ਸੁੰਗੜ ਰਿਹਾ ਸੀ। ਉਹਨਾਂ ਦੀ ਗਿਣਤੀ ਘੱਟ ਹੁੰਦੀ ਜਾ ਰਹੀ ਸੀ। ਅਸੀਂ ਗਿਰ ਵਿੱਚ ਇੱਕ ਤੋਂ ਬਾਅਦ ਇੱਕ ਕਈ ਉਪਰਾਲੇ ਕੀਤੇ। 2007 ਵਿੱਚ ਉੱਥੇ ਮਹਿਲਾ ਗਾਰਡਜ਼ ਨੂੰ ਤਾਇਨਾਤ ਕਰਨ ਦਾ ਫੈਸਲਾ ਕੀਤਾ। ਸੈਰ ਸਪਾਟੇ ਨੂੰ ਵਧਾਉਣ ਲਈ ਇਨਫਰਾਸਟ੍ਰਕਚਰ ਵਿੱਚ ਸੁਧਾਰ ਕੀਤੇ। ਜਦੋਂ ਵੀ ਅਸੀਂ ਕੁਦਰਤ ਅਤੇ ਜੰਗਲੀ ਜੀਵਾਂ ਬਾਰੇ ਗੱਲ ਕਰਦੇ ਹਾਂ ਤਾਂ ਸਿਰਫ ਕੰਜ਼ਰਵੇਸ਼ਨ ਦੀ ਹੀ ਗੱਲ ਕਰਦੇ ਹਾਂ, ਲੇਕਿਨ ਹੁਣ ਸਾਨੂੰ ਕੰਜ਼ਰਵੇਸ਼ਨ ਤੋਂ ਅੱਗੇ ਵੱਧ ਕੇ ਕੰਪੈਸ਼ਨ ਬਾਰੇ ਸੋਚਣਾ ਹੀ ਪਏਗਾ। ਸਾਡੇ ਸ਼ਾਸਤਰਾਂ ਵਿੱਚ ਇਸ ਵਿਸ਼ੇ ਬਾਰੇ ਵੀ ਬਹੁਤ ਚੰਗਾ ਮਾਰਗਦਰਸ਼ਨ ਮਿਲਦਾ ਹੈ। ਸਦੀਆਂ ਪਹਿਲਾਂ ਸਾਡੇ ਸ਼ਾਸਤਰਾਂ ਵਿੱਚ ਅਸੀਂ ਕਿਹਾ ਹੈ, ਨਿਰਵਨੋ ਬਧੈਤੇ ਵਯਾਘਰੋ ਨਿਵਿਆਰ ਘਰਮ ਛਿਦਤੇ ਵਨਮ ਤਸਮਾਦ ਵਯਾਘਰੋ ਵਨਮ ਰਕਸ਼ੇਤ ਵਨਮ ਵਯਾਘਰਮ ਨਾ ਪਾਲੇਤ। ਅਰਥਾਤ ਜੇ ਜੰਗਲ ਨਾ ਹੋਣ ਤਾਂ ਬਾਘ ਮਨੁੱਖ ਦੀ ਆਬਾਦੀ ਵਿੱਚ ਆ ਜਾਣ ਨੂੰ ਮਜਬੂਰ ਹੋ ਜਾਂਦੇ ਨੇ ਅਤੇ ਮਾਰੇ ਜਾਂਦੇ ਨੇ, ਅਤੇ ਜੇ ਜੰਗਲ ਵਿੱਚ ਬਾਘ ਨਾ ਹੋਣ
ਤਾਂ ਮਨੁੱਖ ਜੰਗਲ ਕੱਟ ਕੇ ਉਸ ਨੂੰ ਨਸ਼ਟ ਕਰ ਦਿੰਦਾ ਹੈ। ਇਸ ਲਈ ਅਸਲ ਵਿੱਚ ਬਾਗ ਵਣ ਦੀ ਰੱਖਿਆ ਕਰਦਾ, ਨਾ ਕਿ ਵਣ ਬਾਗ ਦੀ। ਕਿੰਨੇ ਉੱਤਮ ਤਰੀਕੇ ਨਾਲ ਇਸ ਵਿਸ਼ੇ ਨੂੰ ਸਾਡੇ ਬਜ਼ੁਰਗਾਂ ਨੇ ਸਮਝਾਇਆ ਹੈ। ਇਸ ਲਈ ਅਸੀਂ ਆਪਣੇ ਵਣਾਂ, ਵਨਸਪਤੀਆਂ ਅਤੇ ਜੰਗਲੀ ਜਾਨਵਰਾਂ ਦੀ ਨਾ ਸਿਰਫ ਸੰਭਾਲ ਕਰਨੀ ਹੈ, ਸਗੋਂ ਅਜਿਹਾ ਵਾਤਾਵਰਣ ਵੀ ਬਣਾਉਣਾ ਜਿਸ ਵਿੱਚ ਉਹ ਸਹੀ ਤਰੀਕੇ ਨਾਲ ਵੱਧ ਫੁੱਲ ਸਕਣ। ਮੇਰੇ ਪਿਆਰੇ ਦੇਸ਼ ਵਾਸੀਓ, 11 ਸਤੰਬਰ 1893 1893 ਸਵਾਮੀ ਵਿਵੇਕਾਨੰਦ ਜੀ ਦਾ ਇਤਿਹਾਸਕ ਭਾਸ਼ਣ ਕੌਣ ਭੁੱਲ ਸਕਦਾ ਹੈ। ਪੂਰੇ ਵਿਸ਼ਵ ਦੀ ਮਾਨਵ ਜਾਤੀ ਨੂੰ ਝੰਜੋੜ ਦੇਣ ਵਾਲਾ ਭਾਰਤ ਦਾ ਇਹ ਯੁਵਾ ਸੰਨਿਆਸੀ ਦੁਨੀਆ ਦੇ ਅੰਦਰ ਭਾਰਤ ਦੀ ਇੱਕ ਵੱਖਰੀ ਪਛਾਣ ਛੱਡ ਕੇ ਆਇਆ। ਜਿਸ ਗੁਲਾਮ ਭਾਰਤ ਵੱਲ ਦੁਨੀਆ ਬੜੀ ਘ੍ਰਿਣਾ ਭਾਵ ਨਾਲ ਦੇਖ ਰਹੀ ਸੀ, ਉਸ ਦੁਨੀਆ ਨੂੰ 11 ਸਤੰਬਰ 1893 ਸਵਾਮੀ ਵਿਵੇਕਾਨੰਦ ਵਰਗੇ ਮਹਾਂਪੁਰਸ਼ ਦੇ ਸ਼ਬਦਾਂ ਨੇ ਦੁਨੀਆ ਦਾ ਭਾਰਤ ਵੱਲ ਦੇਖਣ ਦਾ ਨਜ਼ਰੀਆ ਬਦਲਣ ਲਈ ਮਜਬੂਰ ਕਰ ਦਿੱਤਾ। ਆਓ, ਸਵਾਮੀ ਵਿਵੇਕਾਨੰਦ ਜੀ ਨੇ ਜਿਸ ਭਾਰਤ ਦੇ ਰੂਪ ਨੂੰ ਦੇਖਿਆ ਸੀ, ਸਵਾਮੀ ਵਿਵੇਕਾਨੰਦ ਜੀ ਨੇ ਭਾਰਤ ਦੀ ਜਿਸ ਸਮਰੱਥਾ ਨੂੰ ਜਾਣਿਆ ਸੀ, ਅਸੀਂ ਉਸ ਨੂੰ ਜੀਣ ਦੀ ਕੋਸ਼ਿਸ਼ ਕਰੀਏ। ਸਾਡੇ ਅੰਦਰ ਸਭ ਕੁਝ ਹੈ, ਆਤਮ ਵਿਸ਼ਵਾਸ ਨਾਲ ਚੱਲ ਪਈਏ। ਮੇਰੇ ਪਿਆਰੇ ਦੇਸ਼ ਵਾਸੀਓ, ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ ਕਿ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਮੌਕੇ 'ਤੇ ਅਸੀਂ ਦੇਸ਼ ਭਰ ਵਿੱਚ ਫਿਟ ਇੰਡੀਆ ਮੂਵਮੈਂਟ ਲਾਂਚ ਕਰਨ ਵਾਲੇ ਹਾਂ। ਖੁਦ ਨੂੰ ਫਿੱਟ ਰੱਖਣਾ, ਦੇਸ਼ ਨੂੰ ਫਿੱਟ ਬਣਾਉਣਾ ਹੈ। ਹਰੇਕ ਦੇ ਲਈ, ਬੱਚੇ, ਬਜ਼ੁਰਗ, ਯੁਵਾ, ਮਹਿਲਾ, ਸਭ ਦੇ ਲਈ ਇਹ ਬੜੀ ਇੰਟਰਸਟਿੰਗ ਮੁਹਿੰਮ ਹੋਏਗੀ। ਇਹ ਤੁਹਾਡਾ ਆਪਣਾ ਹੋਏਗਾ, ਲੇਕਿਨ ਉਸ ਦੀਆਂ ਬਾਰੀਕੀਆਂ ਅੱਜ ਮੈਂ ਦੱਸਣ ਨਹੀਂ ਲੱਗਿਆ। 29 ਅਗਸਤ ਦਾ ਇੰਤਜ਼ਾਰ ਕਰੋ। ਮੈਂ ਖੁਦ ਉਸ ਦਿਨ ਵਿਸਥਾਰ ਵਿੱਚ ਵਿਸ਼ੇ ਨੂੰ ਦੱਸਣ ਵਾਲਾ ਅਤੇ ਤੁਹਾਨੂੰ ਜੋੜੇ ਬਿਨਾਂ ਰਹਿਣ ਵਾਲਾ ਨਹੀਂ ਹਾਂ, ਕਿਉਂਕਿ ਮੈਂ ਤੁਹਾਨੂੰ ਫਿੱਟ ਦੇਖਣਾ ਚਾਹੁੰਦਾ, ਤੁਹਾਨੂੰ ਫਿਟਨੈਸ ਦੇ ਲਈ ਜਾਗਰੂਕ ਬਣਾਉਣਾ ਚਾਹੁੰਦਾ ਅਤੇ ਫਿੱਟ ਇੰਡੀਆ ਦੇ ਲਈ, ਦੇਸ਼ ਦੇ ਲਈ ਅਸੀਂ ਮਿਲ ਕੇ ਕੁਝ ਟੀਚੇ ਵੀ ਨਿਰਧਾਰਿਤ ਕਰੀਏ। ਮੇਰੇ ਪਿਆਰੇ ਦੇਸ਼ ਵਾਸੀਓ, ਮੈਨੂੰ ਤੁਹਾਡਾ ਇੰਤਜ਼ਾਰ ਰਹੇਗਾ 29 ਅਗਸਤ ਨੂੰ ਫਿਟ ਇੰਡੀਆ ਵਿੱਚ। ਸਤੰਬਰ ਮਹੀਨੇ ਵਿੱਚ ਪੋਸ਼ਣ ਅਭਿਆਨ ਵਿੱਚ ਅਤੇ ਖਾਸ ਤੌਰ 'ਤੇ 11 ਸਤੰਬਰ ਤੋਂ 2 ਅਕਤੂਬਰ ਸਵੱਛਤਾ ਅਭਿਆਨ ਵਿੱਚ ਅਤੇ 2 ਅਕਤੂਬਰ ਟੋਟਲੀ ਡੈਡੀਕੇਟਿਡ ਪਲਾਸਟਿਕ ਦੇ ਲਈ, ਪਲਾਸਟਿਕ ਤੋਂ ਮੁਕਤੀ ਪਾਉਣ ਲਈ ਅਸੀਂ ਸਾਰੇ ਘਰ ਤੋਂ ਬਾਹਰ ਸਾਰੀਆਂ ਥਾਵਾਂ 'ਤੇ ਪੂਰੀ ਤਾਕਤ ਨਾਲ ਲੱਗਾਂਗੇ ਅਤੇ ਮੈਨੂੰ ਪਤਾ ਕਿ ਇਹ ਸਾਰੇ ਅਭਿਆਨ ਸੋਸ਼ਲ ਮੀਡੀਆ ਉੱਤੇ ਧੂਮ ਮਚਾ ਦੇਣਗੇ। ਆਓ, ਇੱਕ ਨਵੇਂ ਉਤਸ਼ਾਹ, ਨਵੇਂ ਸੰਕਲਪ, ਨਵੀਂ ਤਾਕਤ ਦੇ ਨਾਲ ਚੱਲ ਪਈਏ। ਮੇਰੇ ਪਿਆਰੇ ਦੇਸ਼ ਵਾਸੀਓ, ਅੱਜ ਮਨ ਕੀ ਬਾਤ ਵਿੱਚ ਇੰਨਾ ਹੀ। ਫਿਰ ਮਿਲਾਂਗੇ। ਮੈਂ ਤੁਹਾਡੀਆਂ ਗੱਲਾਂ ਦਾ, ਤੁਹਾਡੇ ਸੁਝਾਵਾਂ ਦਾ ਇੰਤਜ਼ਾਰ ਕਰਾਂਗਾ। ਆਓ, ਅਸੀਂ ਸਾਰੇ ਮਿਲ ਕੇ ਆਜ਼ਾਦੀ ਦੇ ਦੀਵਾਨਿਆਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ, ਗਾਂਧੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਚੱਲ ਪਈਏ। ਸਵਾਨੰਤੇ ਸੁਖਾਏ, ਅੰਦਰ ਦੇ ਆਨੰਦ ਨੂੰ ਸੇਵਾ ਭਾਵ ਨਾਲ ਪ੍ਰਗਟ ਕਰਦੇ ਹੋਏ ਚੱਲ ਪਈਏ। ਬਹੁਤ ਬਹੁਤ ਧੰਨਵਾਦ। ਨਮਸਕਾਰ।